ਸਾਨੂੰ ਸਰਕਾਰ ਦਾ ਰੁਖ ਹੈ ਪਹਿਲੀਆਂ ਮੀਟਿੰਗਾਂ ਤੋਂ ਜ਼ਿਆਦਾ ਨੈਗੇਟਿਵ ਲੱਗਿਆ ਔਰ ਜ਼ਿਆਦਾ ਸਖਤ ਲੱਗਿਆ। 7 ਮੀਟਿੰਗ 'ਚ ਪਹਿਲਾਂ ਗੱਲਾਂ ਸੁਣ ਲਈਆਂ, ਅੱਜ ਸੁਣਨੀਆਂ ਨਹੀਂ ਹੈ। ਅਸੀਂ ਬੜੇ ਵਿਦ ਲੌਜਿਕ ਤੁਹਾਨੂੰ ਕਿੰਨੇ ਵਾਰ ਕਹਿ ਦਿੱਤਾ ਹੈ ਵੀ ਤੁਹਾਡਾ ਰਾਈਟ ਨਹੀਂ ਕਾਨੂੰਨ ਬਣਾਉਣ ਦਾ, ਤੁਸੀਂ ਗਲਤ ਬਣਾਏ ਹੈ। ਅੱਜ 3 ਕਾਨੂੰਨ ਬਣਾਏ ਆ, ਕੱਲ ਨੂੰ 10 ਬਣਾਓਗੇ। ਬੀਜੇਪੀ ਸਰਕਾਰ ਨਾ ਰਹੇ, ਕਾਂਗਰਸ ਸਰਕਾਰ ਆ ਜੇ ਹੋਰ ਵੀ ਕਾਨੂੰਨ ਬਣਾਏਗੀ ਤਾਂ ਸੂਬੇ ਨੂੰ ਤਾਂ ਤੁਸੀਂ ਬਿਲਕੁਲ ਖਤਮ ਕਰ ਦੋਗੇ। ਫਿਰ ਕੇਂਦਰ ਸਰਕਾਰ ਲਗਾਤਾਰ ਜਿਹੜੇ ਖੇਤਰ ਸੂਬੇ ਨੇ ਉਹਨਾਂ ਦੇ ਅਧਿਕਾਰਾਂ ਤੇ ਵੀ ਡਾਕਾ ਮਾਰ ਰਹੀ ਹੈ ਤੇ ਹੁਣ ਸੰਘਰਸ਼ ਕਿਤੇ ਨਾ ਕਿਤੇ ਨਹੀਂ ਲੱਗਦਾ ਕਿ ਫਿਰ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਵੀ ਲੜਾਈ ਲੜਨੀ ਪਏਗੀ ਨਾਲ। ਜਿਹੜਾ ਸੂਬਾ ਸਰਕਾਰ ਨੂੰ ਸਰਕਾਰੀ ਮੰਡੀਆਂ ਦੇ ਵਿੱਚੋਂ 3% ਡਿਵੈਲਪਮੈਂਟ ਰੂਰਲ ਡਿਵੈਲਪਮੈਂਟ ਫੀ ਜਾਂਦੀ ਹੈ, ਉਹ ਸਾਰਾ ਖਤਮ ਹੋ ਜਾਂਦਾ ਹੈ। ਸੂਬਾ ਸਰਕਾਰ ਨੂੰ ਵੀ ਘਾਟਾ ਪੈਂਦਾ, ਕਿਸਾਨਾਂ ਨੂੰ ਬਹੁਤ ਵੱਡੀ ਮਾਰ ਪੈਂਦੀ ਹੈ। ਪੈਰਲਲ ਸਿਸਟਮ ਬਿਲਡ ਹੋ ਜਾਂਦਾ, ਭਾਵੇਂ ਅਜੇ ਰਹੂਗੀ ਉਹ, ਪਰ ਹੌਲੀ ਹੌਲੀ ਜੇ ਪ੍ਰਾਈਵੇਟ ਸਿਸਟਮ ਬਿਲਡ ਹੋ ਗਿਆ ਤਾਂ ਜਿਸ ਤਰ੍ਹਾਂ ਬਾਕੀ ਪ੍ਰਾਈਵੇਟ ਸੈਕਟਰ ਹੈ ਨਾ, ਪਬਲਿਕ ਸੈਕਟਰ ਤਬਾਹ ਹੋ ਗਿਆ, ਤਾਂ ਹੌਲੀ ਹੌਲੀ ਇਸਨੇ ਖਤਮ ਹੋ ਜਾਣਾ, ਕੇਵਲ ਪ੍ਰਾਈਵੇਟ ਸਿਸਟਮ ਰਹਿ ਜਾਣਾ। ਪਾਰਲੀਮੈਂਟ ਸੈਸ਼ਨ ਬੁਲਾਉਣਾ ਪੈਂਦਾ। ਅਸੀਂ ਲੀਗਲੀ ਦੱਸਿਆ ਉਹਨਾਂ ਨੂੰ ਵੀ ਦਿਸ ਇਜ਼ ਦਾ ਪ੍ਰੋਸੀਜਰ ਐਜ਼ ਪਰ ਕਨਸਟੀਟਿਊਸ਼ਨ। ਉਹ ਕਹਿੰਦੇ ਜੀ ਪ੍ਰੋਸੀਜਰ ਸਾਨੂੰ ਪਤਾ ਹੈ। ਜੇ ਕਹੇ ਵੀ ਪ੍ਰੋਸੀਜਰ ਸਾਨੂੰ ਪਤਾ ਵੀ ਕਰ ਦਿਓ ਜੀ ਤੁਸੀਂ। ਫਿਰ ਇਹ ਵੀ ਕਿਹਾ ਵੀ ਹੁਣ 70 ਦਾ ਸ਼ਹੀਦ ਹੋ ਚੁੱਕੇ ਨੇ, ਤੁਸੀਂ ਹੋਰ ਕਿੰਨੀਆਂ ਸ਼ਹੀਦੀਆਂ ਲੈਣੀਆਂ ਜੇ ਕਾਨੂੰਨ ਰੱਦ ਕਰਾਉਣ ਤੱਕ। ਪੜ੍ਹੇ ਲਿਖੇ ਇੱਥੇ ਹੀ ਬੇਰੁਜ਼ਗਾਰ ਨੇ, ਚੰਗਾ ਪੜ੍ਹ ਕੇ ਲੋਕ ਵਿਦੇਸ਼ਾਂ ਨੂੰ ਜਾਈ ਜਾ ਰਹੇ ਆ। ਜੇ ਅਗਲੇ ਖੇਤੀਬਾੜੀ 'ਚ ਲੱਗ ਜਾਂਦੇ ਨੇ ਤਾਂ ਉਹ ਖੇਤੀਬਾੜੀ ਨੂੰ ਬਰਬਾਦ ਕਰਨ ਲੱਗੇ, ਜਿਹੜਾ ਰੁਜ਼ਗਾਰ ਦਾ ਸਾਧਨ ਹੈ ਸਾਡਾ। ਜੇ ਉਹਨੂੰ ਪ੍ਰਾਈਵੇਟ ਸੈਕਟਰ ਨੂੰ, ਅਦਾਨੀਆਂ ਨੂੰ ਸੰਭਾਲ ਦੇਣਾ ਤਾਂ ਉਹ ਉਹਨਾਂ ਦੇ ਫਾਰਮਾਂ 'ਚ ਕੰਮ ਕਰਨਗੇ ਜਾਂ ਫਿਰ ਜਾ ਕੇ ਕਾਰਖਾਨੇ 'ਚ ਕੰਮ ਕਰਨਗੇ। ਉੱਥੇ ਵੀ ਕੰਮ ਮਿਲਦਾ ਨਹੀਂ, ਉਹ ਵੀ ਬੰਦ ਹੋ ਰਹੇ ਆ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਮੈਂ ਆ ਸੁਖਵਿੰਦਰ ਸ਼ੇਰਗਿੱਲ। ਕਿਸਾਨਾਂ ਦੇ ਵੱਖ-ਵੱਖ ਪ੍ਰਤੀਕਿਰਿਆ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਕਿਸਾਨ ਆਗੂ ਕੀ ਸੋਚਦੇ ਨੇ, ਕਿਵੇਂ ਦੀ ਅਗਲੀ ਪ੍ਰਤੀਕਿਰਿਆ ਰਹੇਗੀ, ਉਹ ਸਾਰੀ ਅਪਡੇਟ ਤੁਹਾਨੂੰ ਦੇ ਰਹੇ ਹਾਂ। ਤੇ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਵੱਡੇ ਆਗੂ ਸਾਡੇ ਨਾਲ ਮੌਜੂਦ ਨੇ। ਸਰ, ਕੀ ਜਿਹੜੇ ਬਦਲਾਅ ਨੇ ਕੀਤੇ ਗਏ ਨੇ? ਹੋਰ ਸਰ, ਬਦਲਾਅ ਨੇ ਪ੍ਰੋਗਰਾਮ ਐਕਚੁਅਲੀ ਪਹਿਲਾਂ ਤੈਅ ਕੀਤੇ ਹੋਏ ਸੀ। ਉਹਨਾਂ ਪ੍ਰੋਗਰਾਮਾਂ ਨੂੰ ਜਿਹੜਾ ਅਮਲੀ ਜਾਮਾ ਪਹਿਨਾਉਣ ਲਈ ਅੱਜ ਪਹਿਲਾਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ, ਫਿਰ ਸੰਯੁਕਤ ਮੋਰਚਾ ਦੀ ਮੀਟਿੰਗ ਹੋਈ ਹੈ। ਉਹ ਇਸ ਸੰਦਰਭ ਦੇ ਵਿੱਚ ਕੀਤੀ ਗਈ ਹੈ। ਸਰਕਾਰ ਨਾਲ ਜੋ ਕੱਲ 30 ਤਰੀਕ ਨੂੰ ਮੀਟਿੰਗ ਹੋਈ, ਨਹੀਂ ਕੱਲ 4 ਤਰੀਕ ਨੂੰ ਜੋ ਮੀਟਿੰਗ ਹੋਈ, ਉਹ ਮੀਟਿੰਗ ਬੇਸਿੱਟਾ ਰਹੀ। ਸਾਨੂੰ ਸਰਕਾਰ ਦਾ ਰੁਖ ਹੈ ਪਹਿਲੀਆਂ ਮੀਟਿੰਗਾਂ ਤੋਂ ਜ਼ਿਆਦਾ ਨੈਗੇਟਿਵ ਲੱਗਿਆ ਔਰ ਜ਼ਿਆਦਾ ਸਖਤ ਲੱਗਿਆ। ਪਹਿਲੀ ਮੀਟਿੰਗ ਦੇ ਵਿੱਚ ਤਾਂ ਸਰਕਾਰ 30 ਤਰੀਕ ਨੂੰ ਕਹਿੰਦੇ ਸੀ ਵੀ ਅੱਜ ਹੀ ਮਸਲਾ ਹੱਲ ਕਰ ਲਈਏ ਜਾਂ ਤੁਸੀਂ ਅਗਲੇ ਦਿਨ ਮੀਟਿੰਗ ਰੱਖ ਲਓ। ਸਾਨੂੰ ਇੰਪ੍ਰੈਸ਼ਨ ਆਇਆ ਵੀ ਜਿਸ ਤਰ੍ਹਾਂ 2 ਬਿਜਲੀ ਸੋਧ ਬਿੱਲ ਸੀ, ਪਰਾਲੀ ਵਾਲਾ ਸੀ, ਉਹਨੂੰ ਸਰਕਾਰ ਵਾਪਸ ਲੈਣ ਲਈ ਤਿਆਰ ਹੈ, ਤਾਂ ਸ਼ਾਇਦ ਅੱਗੇ ਵੀ ਵਧਣਗੇ। ਪਰ ਕੱਲ ਤਾਂ ਦੇਖ ਕੇ ਅਸੀਂ ਹੈਰਾਨ ਹੋ ਗਏ। ਕੱਲ ਤਾਂ ਵਾਰ-ਵਾਰ ਇਸ ਤੋਂ ਅੱਗੇ ਹੀ ਨਹੀਂ ਵਧੇ ਕਿ ਖੇਤੀ ਕਾਨੂੰਨ है। नहीं जी, ये तो बहुत 20 साल की एक्सरसाइज है, सरकार ने बहुत मेहनत की है, इसके ऊपर बने हैं, किसानों के पक्ष में है। ਅਸੀਂ ਕਿ ਵੀ ਗੱਲਾਂ ਅਸੀਂ ਬੜੀਆਂ ਸੁਣ ਲਈਆਂ। 7 ਮੀਟਿੰਗ 'ਚ ਪਹਿਲਾਂ ਗੱਲਾਂ ਸੁਣ ਲਈਆਂ, ਅੱਜ ਸੁਣਨੀਆਂ ਨਹੀਂ ਹੈ। ਅਸੀਂ ਬੜੇ ਵਿਦ ਲੌਜਿਕ ਤੁਹਾਨੂੰ ਕਿੰਨੇ ਵਾਰ ਕਹਿ ਦਿੱਤਾ ਹੈ ਵੀ ਤੁਹਾਡਾ ਰਾਈਟ ਨਹੀਂ ਕਾਨੂੰਨ ਬਣਾਉਣ ਦਾ, ਤੁਸੀਂ ਗਲਤ ਬਣਾਏ ਹੈ ਔਰ ਕਾਨੂੰਨਾਂ 'ਚ ਇਹ ਕਮਜ਼ੋਰੀਆਂ ਨੇ। ਉਹਦਾ ਪ੍ਰਭਾਵ ਤੁਸੀਂ ਇਹ ਨਾ ਲਓ ਵੀ ਅਸੀਂ ਕਾਨੂੰਨਾਂ ਦੇ ਵਿੱਚ ਸੋਧਾਂ ਚਾਹੁੰਦੇ ਹਾਂ। ਸੋਧਾਂ ਕਦੇ ਨਹੀਂ ਚਾਹੁੰਦੇ। ਅਸੀਂ ਕਾਨੂੰਨਾਂ ਨੂੰ ਕੰਪਲੀਟ ਰੱਦ ਕਰਨਾ ਚਾਹੁੰਦੇ ਹਾਂ। ਜੇ ਕਾਨੂੰਨ ਅੱਜ ਰਹਿ ਗਏ ਤਾਂ ਤੁਸੀਂ ਅੱਜ 3 ਕਾਨੂੰਨ ਬਣਾਏ ਆ, ਕੱਲ ਨੂੰ 10 ਬਣਾਓਗੇ। ਬੀਜੇਪੀ ਸਰਕਾਰ ਨਾ ਰਹੇ, ਕਾਂਗਰਸ ਸਰਕਾਰ ਆ ਜੇ ਹੋਰ ਵੀ ਕਾਨੂੰਨ ਬਣਾਏਗੀ ਤਾਂ ਸੂਬਿਆਂ ਨੂੰ ਤਾਂ ਤੁਸੀਂ ਬਿਲਕੁਲ ਖਤਮ ਕਰ ਦੋਗੇ। ਫਿਰ ਇਹ ਸੂਬਿਆਂ ਦੇ ਅਧਿਕਾਰਾਂ ਤੇ ਵੀ ਛਾਪਾ ਹੈ, ਫੈਡਰਲ ਢਾਂਚੇ ਤੇ ਵੀ ਛਾਪਾ ਹੈ। ਇਸ ਲਈ ਚਾਹੁੰਦੇ ਸੀ ਕਾਨੂੰਨ ਦਾ ਰਿਪੀਲ ਹੀ ਹੋਣ। ਤਾਂ ਫਿਰ ਅਸੀਂ ਬਿਲਕੁਲ ਉਹ ਵਾਰ-ਵਾਰ ਜੋ ਕਹਿੰਦੇ ਰਹੇ ਤਾਂ ਅਸੀਂ ਕਿਹਾ ਵੀ 40 ਜਥੇਬੰਦੀਆਂ ਅਸੀਂ ਜਿਹੜੇ ਬੈਠੇ ਨੇ, 40 ਵਿਅਕਤੀ ਨਹੀਂ ਨਾ ਜਥੇਬੰਦੀਆਂ, ਅਸੀਂ ਦੇਸ਼ ਦੀ ਤਰਜਮਾਨੀ ਕਰਦੇ ਹਾਂ ਸਾਰੇ ਦੀ। ਤਾਂ ਇਸ ਲਈ ਵਨ ਵੋਇਸ ਜੋ ਅਸੀਂ ਕਿਹਾ ਵੀ ਰਿਪੀਲ ਤੋਂ ਥੱਲੇ ਕੋਈ ਹੈ ਨਹੀਂ, ਇਸ ਤੋਂ ਥੱਲੇ ਕੋਈ ਵਿਕਲਪ ਨਹੀਂ, ਕੋਈ ਅਲਟਰਨੇਟਿਵ ਨਹੀਂ। ਫਿਰ ਕਹਿੰਦੇ ਤੁਸੀਂ ਅਲਟਰਨੇਟਿਵ ਦੱਸੋ। ਅਸੀਂ ਕਿਹਾ ਵੀ ਅਸੀਂ ਤਾਂ ਕਾਨੂੰਨ ਬਣਾਏ ਨਹੀਂ, ਕਾਨੂੰਨ ਤਾਂ ਸਰਕਾਰ ਨੇ ਬਣਾਏ ਨੇ। ਜੇ ਸਰਕਾਰ ਨੇ ਕਾਨੂੰਨ ਬਣਾਏ ਤਾਂ ਸਰਕਾਰ ਹੀ ਦੱਸੋਗੀ ਨਾ ਵੀ ਇਹ ਰੱਦ ਕਿਵੇਂ ਹੋਣੇ ਨੇ। ਤੁਸੀਂ ਸੁਪਰੀਮ ਕੋਰਟ ਤੋਂ ਰੱਦ ਕਰਾਉਣੇ ਨੇ, ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਰੱਦ ਕਰਾਉਣੇ ਆ, ਕਿਉਂਕਿ ਐਜ਼ ਪਰ ਲਾ ਤਾਂ ਪਾਰਲੀਮੈਂਟ ਦਾ ਕਾਨੂੰਨ ਬਣਾਇਆ, ਪਾਰਲੀਮੈਂਟ ਹੀ ਰੱਦ ਕਰਦਾ। ਉਸ ਤੋਂ ਪਹਿਲਾਂ ਆਰਡੀਨੈਂਸ ਕਰਨਾ ਪੈਂਦਾ, ਪਾਰਲੀਮੈਂਟ ਸੈਸ਼ਨ ਬੁਲਾਉਣਾ ਪੈਂਦਾ। ਅਸੀਂ ਲੀਗਲੀ ਦੱਸਿਆ ਉਹਨਾਂ ਨੂੰ ਵੀ ਦਿਸ ਇਜ਼ ਦਾ ਪ੍ਰੋਸੀਜਰ ਐਜ਼ ਪਰ ਕਨਸਟੀਟਿਊਸ਼ਨ। ਉਹ ਕਹਿੰਦੇ ਜੀ ਪ੍ਰੋਸੀਜਰ ਸਾਨੂੰ ਪਤਾ ਹੈ। ਜੇ ਕਹੇ ਵੀ ਪ੍ਰੋਸੀਜਰ ਸਾਨੂੰ ਪਤਾ ਵੀ ਕਰ ਦਿਓ ਜੀ ਤੁਸੀਂ ਅਗਲੀ ਮੀਟਿੰਗ 'ਚ ਆਰਡੀਨੈਂਸ ਜਾਰੀ ਕਰ ਦਿਓ, ਪਾਰਲੀਮੈਂਟ ਸੈਸ਼ਨ ਬੁਲਾਓ, ਹਫ਼ਤੇ ਦਾ ਟਾਈਮ ਦਿਓ, 10 ਦਿਨ ਦਾ ਕਰੋ, ਰਿਪੀਲ ਕਰ ਦਿਓ। ਸਾਡੀ ਐਜੀਟੇਸ਼ਨ ਚੱਲਦੀ ਰਹੇਗੀ। ਜਦੋਂ ਰਿਪੀਲ ਕਰਕੇ ਸਾਡੇ ਸਾਹਮਣੇ ਆ ਜਾਊਗਾ ਫਿਰ ਅਸੀਂ ਐਜੀਟੇਸ਼ਨ ਵਾਪਸ ਲਵਾਂਗੇ। ਉਸ ਤੋਂ ਪਹਿਲਾਂ ਅਸੀਂ ਬਿਲਕੁਲ ਵਾਪਸ ਨਹੀਂ ਲੈਣੀ। ਔਰ ਅਗਲੀ ਮੀਟਿੰਗ ਅਸੀਂ ਇਹ ਵੀ ਕਿਹਾ ਵੀ ਜੇ ਤੁਸੀਂ, ਅਸੀਂ ਤਾਂ ਸਮਝਦੇ ਵੀ ਇਹ ਫਾਈਨਲ ਮੀਟਿੰਗ ਹੈ, ਆਪਣੇ ਵੱਲੋਂ ਕਿਹਾ ਵੀ ਇਹ ਮੀਟਿੰਗ ਫਾਈਨਲ ਹੈ। ਅਸੀਂ ਇਹ ਸਮਝ ਕੇ ਚੱਲੇ ਵੀ ਸਰਕਾਰ ਨੇ ਖੇਤੀ ਕਾਨੂੰਨ ਰੱਦ ਨਹੀਂ ਕਰਨੇ, ਨਾ ਹੀ MSP ਦੇ ਕਾਨੂੰਨ ਬਣਾਉਣਾ ਹੈ।
ਉਹ ਕਹਿੰਦੇ ਨਹੀਂ ਜੀ ਖਾਣਾ ਖਾ ਲਈ ਉਸ ਤੋਂ ਬਾਅਦ ਕਰਦੇ ਐਸੀ ਗੱਲ ਨਹੀਂ ਹੈ। ਤਾਂ ਬਾਅਦ ਦੇ ਵਿੱਚ ਉਹ ਕਹਿਣ ਲੱਗੇ ਵੀ ਠੀਕ ਹੈ, ਇਹ ਹੁਣ ਪੱਕਾ ਹੋ ਗਿਆ ਜੀ ਵੀ ਤੁਸੀਂ ਰੱਦ ਕਿਰਾਏ ਤੋਂ ਸਿਵਾਏ ਹੋਰ ਕੋਈ ਚੀਜ਼ ਮੰਨਣ ਨੂੰ ਤਿਆਰ ਨਹੀਂ ਹੈ ਔਰ ਐਮਐਸਪੀ ਦੇ ਕਾਨੂੰਨ ਬਣਾਉਣਾ। ਇਸ ਲਈ ਕਹਿੰਦੇ ਵੀ 7 ਨੂੰ ਮੀਟਿੰਗ ਰੱਖ ਲਓ, 7 ਨੂੰ 8 ਨੂੰ ਮੀਟਿੰਗ ਰੱਖ ਲਈ। ਤਾਂ ਬਿਲਕੁਲ 8 ਨੂੰ ਮੀਟਿੰਗ ਅਸੀਂ ਕਿਹਾ ਵੀ ਇਸ ਲਈ ਉਹ ਹੈ ਵੀ ਦੋ ਗੱਲਾਂ ਦੇ ਵਿੱਚ ਹੋਰ ਕੋਈ ਨਾ ਬਹਿਸ ਕਰਨੀ ਨਾ ਆਰਗੂਮੈਂਟ ਕਰਨਾ। ਅਸੀਂ ਇਹੀ ਕਰਾਂਗੇ ਹੁਣ ਵੀ ਅਪੀਲ ਜਿਹੜੇ ਕਾਨੂੰਨ ਰੱਦ ਕਰਾਉਣ ਲਈ ਤੁਹਾਡੇ ਕੋਲ ਕੀ ਪ੍ਰੋਸੀਜਰ ਹੈ, ਤੁਸੀਂ ਸੈਸ਼ਨ ਬੁਲਾਉਣਾ ਹੈ, ਸੁਪਰੀਮ ਕੋਰਟ 'ਚ ਪਟੀਸ਼ਨ ਮੈਂ ਕੀ ਕਰਨਾ ਹੈ, ਸਾਨੂੰ ਤਾਂ ਕਾਨੂੰਨ ਰੱਦ ਕਰਾ ਕੇ ਦਿਓ, ਮੋਰਚਾ ਫਿਰ ਹਿੱਲੇਗਾ। ਅਸੀਂ ਇਹ ਵੀ ਕਿਹਾ ਕਿ ਤੁਸੀਂ ਇਹ ਚਾਹੁੰਦੇ ਆ ਵੀ ਸਾਡੇ ਦਾ 70 ਸਾਥੀ ਸ਼ਹੀਦ ਹੋ ਚੁੱਕੇ ਹੁਣ ਤੱਕ, ਸਭ ਤੋਂ ਪਹਿਲਾਂ ਅਸੀਂ ਖੜੇ ਹੋਏ ਵੀ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਹੈ। ਤਾਂ ਸਰਕਾਰ ਨੂੰ ਵੀ ਸ਼ਰਮ ਆਈ, ਇੱਕਦਮ ਸਰਕਾਰ ਵੀ ਖੜੀ ਹੋ ਗਈ, ਫਿਰ ਸਾਰਿਆਂ ਨੇ ਇਕੱਠੇ ਹੋ ਕੇ ਸ਼ਰਧਾਂਜਲੀ ਦਿੱਤੀ, ਜਦ ਕਿ ਪਿਛਲੀ ਮੀਟਿੰਗ 'ਚ ਮੰਨੇ ਹੀ ਨਹੀਂ ਸੀ ਸ਼ਰਧਾਂਜਲੀ ਦੇਣ ਲਈ, ਪਹਿਲੀ ਦਿੱਤੀ। ਤੇ ਫਿਰ ਇਹ ਵੀ ਕਿਹਾ ਵੀ ਹੁਣ 70 ਦਾ ਸ਼ਹੀਦ ਹੋ ਚੁੱਕੇ ਨੇ, ਤੁਸੀਂ ਹੋਰ ਕਿੰਨੀਆਂ ਸ਼ਹੀਦੀਆਂ ਲੈਣੀਆਂ ਜੇ ਕਾਨੂੰਨ ਰੱਦ ਕਰਾਉਣ ਤੱਕ, ਇਹ ਦੱਸ ਦਿਓ। ਇੱਥੇ ਦਾ ਲੋਕ ਬੈਠੇ ਆ, 500 ਵੀ ਹੋ ਜਾਣਗੇ, 1000 ਵੀ ਹੋ ਜਾਣਗੀਆਂ, ਸ਼ਹੀਦੀਆਂ ਦੇਣਗੇ। ਇਹ ਪੰਜਾਬ ਦੇ ਲੋਕ ਨੇ, ਪਰ ਪਿੱਛੇ ਨਹੀਂ ਇਹਨਾਂ ਨੇ ਮੁੜਨਾ, ਕਾਨੂੰਨ ਰੱਦ ਕਰਾ ਕੇ ਮੁੜਨਗੇ। ਤੁਸੀਂ ਇਹ ਭੁੱਲ ਜਾਓ ਗੱਲ, ਮਹੀਨਾ ਬਿਠਾਓ, 2 ਮਹੀਨੇ ਬਿਠਾਓ, ਜਿੰਨੇ ਮਰਜ਼ੀ ਸ਼ਹੀਦੀਆਂ ਲਓ, ਜੋ ਮਰਜ਼ੀ ਰਿਪਰੈਸ਼ਨ ਕਰੋ। ਅਸੀਂ ਕਿਹਾ ਵੀ ਇਹਦਾ ਕਾਨੂੰਨ ਰੱਦ ਕਰ ਦਿਓ ਜਾਂ ਫਿਰ ਲਾਠੀ ਗੋਲੀ ਚਲਾ ਕੇ ਬੰਦੇ ਮਾਰ ਕੇ ਸਾਨੂੰ ਪੰਜਾਬ ਮੋੜ ਦਿਓ, ਵੈਸੇ ਅਸੀਂ ਜਾਣਾ ਨਹੀਂ। ਅੱਛਾ ਸਰ, ਜਿਵੇਂ ਤੁਸੀਂ ਸੂਬਿਆਂ ਦੇ ਵਾਧੇ ਅਧਿਕਾਰਾਂ ਦੀ ਗੱਲ ਕੀਤੀ, ਜਿਵੇਂ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਵੇਖਣ ਨੂੰ ਲੱਗ ਰਿਹਾ ਕਿ ਕੇਂਦਰ ਸਰਕਾਰ ਲਗਾਤਾਰ ਜਿਹੜੇ ਖੇਤਰ ਸੂਬੇ ਨੇ ਉਹਨਾਂ ਦੇ ਅਧਿਕਾਰਾਂ ਤੇ ਵੀ ਡਾਕਾ ਮਾਰ ਰਹੀ ਹੈ, ਤੇ ਹੁਣ ਸੰਘਰਸ਼ ਕਿਤੇ ਨਾ ਕਿਤੇ ਨਹੀਂ ਲੱਗਦਾ ਕਿ ਫਿਰ ਸੂਬਿਆਂ ਦੇ ਵਾਧੇ ਅਧਿਕਾਰਾਂ ਦੀ ਵੀ ਲੜਾਈ ਲੜਨੀ ਪਏਗੀ ਨਾਲ ਨਾਲ? ਦੇਖੋ ਫਿਲਹਾਲ ਤਾਂ ਅਸੀਂ ਕਿਸਾਨੀ ਦੀ ਲੜਾਈ ਹੈ, ਇਹ ਸੂਬਿਆਂ ਦੇ ਵੱਧ ਕਰਾਂ ਦੀ ਲੜਾਈ ਇੱਕ ਪੋਲੀਟੀਕਲ ਲੜਾਈ ਹੈ। ਵੈਸੇ ਤਾਂ ਸਰਕਾਰੀ ਕਮਿਸ਼ਨ ਦੀ ਰਿਪੋਰਟ ਹੈ ਜਿਹੜੀ ਲੀਗਲ ਪਹਿਲਾਂ ਬਣੀ ਹੋਈ ਹੈ, ਉਹ ਸੂਬਿਆਂ ਦੇ ਅਧਿਕਾਰਾਂ ਦੇ ਸੁਪਰੀਮ ਕੋਰਟ ਨੇ ਅਪਰੂਵ ਕੀਤੀ ਹੋਈ ਹੈ, ਉਹਨਾਂ ਦੱਸਿਆ ਹੋਇਆ ਪਹਿਲਾਂ। ਪਰ ਇਹ ਇੱਕ ਪੋਲੀਟੀਕਲ ਮੈਟਰ ਹੈ, ਇੱਥੇ ਉਸਦੀ ਲੜਾਈ ਦਾ ਅਜੇ ਉਹ ਹੈ ਨਹੀਂ ਅਜੇ, ਕਿਉਂਕਿ ਖੇਤੀ ਕਾਨੂੰਨ ਹੈ, ਇਹ ਵੀ ਸੂਬਿਆਂ ਦੇ ਅਧਿਕਾਰਾਂ ਨਾਲ ਸੰਬੰਧਿਤ ਨੇ। ਖੇਤੀਬਾੜੀ ਸੂਬਿਆਂ ਦਾ ਵਿਸ਼ਾ ਹੈ, ਤਾਂ ਸੂਬਿਆਂ ਨੂੰ ਅਧਿਕਾਰ ਹੈ ਖੇਤੀਬਾੜੀ ਦੇ ਕਾਨੂੰਨ ਬਣਾਉਣ ਦਾ, ਸੈਂਟਰ ਕਾਨੂੰਨ ਬਣਾ ਨਹੀਂ ਸਕਦਾ। ਇਸ ਲਈ ਫਿਲਹਾਲ ਅਸੀਂ ਤਾਂ ਕਿਹਾ ਵੀ ਇਹ ਵੀ ਸੂਬਿਆਂ ਦੇ ਅਧਿਕਾਰ ਤੇ ਛੱਪ ਹੈ। ਜੇ ਸਰਕਾਰੀ ਮੰਡੀਆਂ ਖਤਮ ਹੁੰਦੀਆਂ ਨੇ, ਪ੍ਰਾਈਵੇਟ ਮੰਡੀ ਬਣ ਜਾਂਦੀ ਹੈ, ਤਾਂ ਜਿਹੜਾ ਸੂਬਾ ਸਰਕਾਰ ਨੂੰ ਸਰਕਾਰੀ ਮੰਡੀਆਂ ਦੇ ਵਿੱਚੋਂ 3% ਡਿਵੈਲਪਮੈਂਟ ਰੂਰਲ ਡਿਵੈਲਪਮੈਂਟ ਫੀ ਜਾਂਦੀ ਹੈ, ਉਹ ਸਾਰਾ ਖਤਮ ਹੋ ਜਾਂਦਾ ਹੈ। ਸੂਬਾ ਸਰਕਾਰ ਨੂੰ ਵੀ ਘਾਟਾ ਪੈਂਦਾ, ਕਿਸਾਨਾਂ ਨੂੰ ਬਹੁਤ ਵੱਡੀ ਮਾਰ ਪੈਂਦੀ ਹੈ। ਪੈਰਲਲ ਸਿਸਟਮ ਬਿਲਡ ਹੋ ਜਾਂਦਾ, ਭਾਵੇਂ ਅਜੇ ਰਹੂਗੀ ਉਹ, ਪਰ ਹੌਲੀ ਹੌਲੀ ਜੇ ਪ੍ਰਾਈਵੇਟ ਸਿਸਟਮ ਬਿਲਡ ਹੋ ਗਿਆ ਤਾਂ ਜਿਸ ਤਰ੍ਹਾਂ ਬਾਕੀ ਪ੍ਰਾਈਵੇਟ ਸੈਕਟਰ ਹੈ ਨਾ, ਪਬਲਿਕ ਸੈਕਟਰ ਤਬਾਹ ਹੋ ਗਿਆ, ਤਾਂ ਹੌਲੀ ਹੌਲੀ ਇਸਨੇ ਖਤਮ ਹੋ ਜਾਣਾ, ਕੇਵਲ ਪ੍ਰਾਈਵੇਟ ਸਿਸਟਮ ਰਹਿ ਜਾਣਾ। ਇਸ ਲਈ ਅਸੀਂ ਸੋਧਾਂ ਤਾਂ ਨਹੀਂ ਪ੍ਰਵਾਨ ਕਰਦੇ ਵੀ ਅਸੀਂ ਫਿਰ ਇਸਕੇ ਸਿਸਟਮ ਮੰਨ ਰਹੇ ਹੋਵਾਂਗੇ, ਪ੍ਰਾਈਵੇਟ ਸਿਸਟਮ, ਕੰਟਰੈਕਟ ਫਾਰਮਿੰਗ ਦਾ ਸਿਸਟਮ, ਜਿਹੜੇ ਦੇ ਕਿਸੇ ਖਿਲਾਫ ਹੈ। ਅਸੀਂ ਪ੍ਰਿੰਸੀਪਲੀ ਨਾ ਉਹਨੂੰ ਬਣਨ ਦੇਣਾ ਚਾਹੁੰਦੇ ਹਾਂ, ਨਾ ਮੰਨਣਾ ਚਾਹੁੰਦੇ ਹਾਂ। ਇਸ ਲਈ ਕਾਨੂੰਨ ਰੱਦ ਕਰੇ ਤੋਂ ਇਲਾਵਾ ਹੋਰ ਕੋਈ ਹੱਲ ਹੈ ਨਹੀਂ ਤਾਂ ਖੇਤੀਬਾੜੀ ਬਿਲਕੁਲ ਬਰਬਾਦ ਹੋਏਗੀ, ਖੇਤੀਬਾੜੀ ਦਾ ਨਿੱਜੀਕਰਨ ਹੋ ਜਾਏਗਾ। ਜਿਹੜੇ ਸੈਕਟਰਸ ਦਾ ਅੱਜ ਤੱਕ ਨਿੱਜੀਕਰਨ ਹੋਇਆ ਉਹਨਾਂ ਦਾ ਪੱਠਾ ਬੈਠਿਆ ਹੋਇਆ। ਸਾਮਰਾਜੀ ਵਿਸ਼ਵੀਕਰਨ ਦੀ ਨੀਤੀ ਜਿਹੜੀ ਸਾਰੇ ਸੰਸਾਰ ਦੇ ਵਿੱਚ ਅਮੀਰ ਦੇਸ਼ ਅਮਰੀਕਾ ਉੱਥੋਂ ਚੱਲੀ ਸੀ, ਉਹ ਸਭ ਤੋਂ ਵੱਧ ਸੰਕਟ ਦਾ ਸ਼ਿਕਾਰ ਉਸ ਨੀਤੀ ਸੇ ਹੋਇਆ। 2008 ਦੇ ਵਿੱਚ ਸਭ ਤੋਂ ਵੱਧ ਦਿਵਾਲਾ ਅਮਰੀਕਨ ਇਕਨੋਮੀ ਦਾ ਉਸ ਪਾਲਿਸੀ ਨੇ ਕੱਢਿਆ। ਉਸ ਤੋਂ ਬਾਅਦ ਯੂਰਪ 'ਚ ਆਈ, ਇੰਗਲੈਂਡ 'ਚ ਆਈ। ਸਾਡਾ ਦੇਸ਼ ਥੋੜਾ ਬਚਿਆ ਤਾਂ ਕਿਉਂਕਿ ਇੱਥੇ ਪਬਲਿਕ ਸੈਕਟਰ ਮੌਜੂਦ ਸੀ, ਟੋਟਲ ਪ੍ਰਾਈਵੇਟ ਨਹੀਂ ਸੀ ਹੋਇਆ। ਪਰ ਜਦੋਂ ਦਾ ਮੋਦੀ ਆਇਆ, ਇਸ ਨੇ 1991 ਦੀ ਆਰਥਿਕ ਪਾਲਿਸੀ ਜਿਹੜੀ ਕਾਂਗਰਸ ਨੇ ਸ਼ੁਰੂ ਕੀਤੀ ਸੀ, ਉਸ ਨੂੰ ਲਾਗੂ ਕਰਦੇ ਕਰਦੇ ਅੱਜ ਡਿਫੈਂਸ ਨੂੰ ਵੀ ਪ੍ਰਾਈਵੇਟ ਕਰਨ ਸ਼ੁਰੂ ਹੋਇਆ, 에ਅਰ ਇੰਡੀਆ ਨੂੰ ਪ੍ਰਾਈਵੇਟ ਕਰਨ ਚੱਲਿਆ, ਰੇਲਵੇ ਬਹੁਤ ਵੱਡਾ ਜਿਹੜਾ ਬਰਾਬਰ ਦਾ ਬਜਟ ਹੁੰਦਾ ਉਹਨੂੰ ਵੀ ਪ੍ਰਾਈਵੇਟ ਕਰਨ ਚੱਲਿਆ ਹੋਇਆ। ਹੁਣ ਖੇਤੀਬਾੜੀ ਇੱਕ ਬਚੀ ਹੈ ਜਿਹੜੀ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਜਿਹੜੀ ਦੇਸ਼ ਦੇ 80% 90% ਲੋਕਾਂ ਨੂੰ ਕੇਵਲ ਅਨਾਜ ਨਹੀਂ ਪੈਦਾ ਕਰਨ ਲਈ, ਦੇਸ਼ ਦਾ ਅਨਾਜ ਨਾਲ ਪੇਟ ਨਹੀਂ ਭਰਦੀ, ਉਹਨਾਂ ਨੂੰ ਰੁਜ਼ਗਾਰ ਵੀ ਦਿੰਦੀ ਹੈ। ਕਿਉਂਕਿ ਸਾਨੂੰ ਸਰਕਾਰ ਤਾਂ ਰੁਜ਼ਗਾਰ ਦੇਣ ਨਹੀਂ ਰਹੀ, ਪੜ੍ਹੇ ਲਿਖੇ ਇੱਥੇ ਹੀ ਬੇਰੁਜ਼ਗਾਰ ਨੇ, ਚੰਗਾ ਪੜ੍ਹ ਕੇ ਲੋਕ ਵਿਦੇਸ਼ਾਂ ਨੂੰ ਜਾਈ ਜਾ ਰਹੇ ਆ। ਜੇ ਅਗਲੇ ਖੇਤੀਬਾੜੀ 'ਚ ਲੱਗ ਜਾਂਦੇ ਨੇ ਤਾਂ ਉਹ ਖੇਤੀਬਾੜੀ ਨੂੰ ਬਰਬਾਦ ਕਰਨ ਲੱਗੇ, ਜਿਹੜਾ ਰੁਜ਼ਗਾਰ ਦਾ ਸਾਧਨ ਹੈ ਸਾਡਾ। ਜੇ ਉਹਨੂੰ ਪ੍ਰਾਈਵੇਟ ਸੈਕਟਰ ਨੂੰ, ਅਦਾਨੀਆਂ ਨੂੰ ਸੰਭਾਲ ਦੇਣਾ ਤਾਂ ਉਹ ਉਹਨਾਂ ਦੇ ਫਾਰਮਾਂ 'ਚ ਕੰਮ ਕਰਨਗੇ ਜਾਂ ਫਿਰ ਜਾ ਕੇ ਕਾਰਖਾਨੇ 'ਚ ਕੰਮ ਕਰਨਗੇ, ਉੱਥੇ ਵੀ ਕੰਮ ਮਿਲਦਾ ਨਹੀਂ, ਉਹ ਵੀ ਬੰਦ ਹੋ ਰਹੇ ਆ। ਤਾਂ ਇਸ ਲਈ ਬਹੁਤ ਵੱਡਾ ਕਿਓਸ ਹੈ, ਬਹੁਤ ਵੱਡੀ ਅਨਾਰਕੀ ਸਰਕਾਰ ਫੈਲਾ ਰਹੀ ਹੈ, ਦੇਸ਼ ਦੀ ਆਰਥਿਕਤਾ ਨੂੰ ਬਰਬਾਦ ਕਰਨ ਤੁਰ ਰਹੀ ਹੈ। ਮੋਦੀ ਨੇ ਸਭ ਕੁਝ ਦੇਸ਼ ਦਾ ਲੁਟਾ ਦਿੱਤਾ ਹੈ, ਇਹ ਦੇਸ਼ ਨੂੰ ਵੇਚ ਰਿਹਾ ਮਲਟੀਨੈਸ਼ਨਲ ਨੂੰ, ਕਾਰਪੋਰੇਟ ਸੈਕਟਰ ਨੂੰ, ਅਦਾਨੀਆਂ ਨੂੰ, ਅੰਬਾਨੀਆਂ ਨੂੰ। ਇਸ ਲਈ ਇਸ ਲੁੱਟ ਦੇ ਖਿਲਾਫ ਅਸੀਂ ਕਿਸਾਨ ਹੈ ਜਿਹੜੇ ਪਹਿਲੀ ਵਾਰੀ ਕਿਸਾਨ ਅੰਦੋਲਨ ਇੰਨਾ ਵੱਡਾ ਹੋਇਆ, ਨਹੀਂ ਸਾਨੂੰ ਵੀ ਕੋਈ ਅੰਦਾਜ਼ਾ ਨਹੀਂ ਸੀ ਵੀ ਇਹ ਅੰਦੋਲਨ ਦੇਸ਼ ਵਿਆਪੀ, ਸੰਸਾਰ ਵਿਆਪੀ ਬਣ ਜਾਏਗਾ। ਔਰ ਅੱਜ ਸਾਰਾ ਦੇਸ਼ ਔਰ ਵਿਦੇਸ਼, ਤੁਸੀਂ ਜਿਹਨੂੰ ਨੈਰੇਟਿਵ ਆਪਾਂ ਅੰਗਰੇਜ਼ੀ 'ਚ ਕਹਿੰਦੇ ਨਾ ਵਾਰਤਾਲਾਪ, ਉਹ ਬਦਲ ਗਿਆ ਅੱਜ। ਜਿਹੜਾ ਕਿ ਪਹਿਲਾਂ ਕਿਸੇ ਹੋਰ ਚੀਜ਼ ਤੇ ਚਰਚਾ ਹੁੰਦੀ ਸੀ, ਅੱਜ ਜਿੱਥੇ ਮਰਜ਼ੀ ਬੈਠ ਜਾਓ, ਡਾਕਟਰ ਨੇ, ਪ੍ਰੋਫੈਸਰ ਨੇ, ਜੱਜ ਨੇ,
ਕੋਈ ਮਜ਼ਦੂਰ ਹੈ, ਵਿਦਿਆਰਥੀ ਹੈ, ਜਿੱਥੇ ਮਰਜ਼ੀ ਕੋਈ ਬੈਠੋ, ਗੱਲ ਕਿਸਾਨੀ ਦੀ ਹੋਈ, ਖੇਤੀਬਾੜੀ ਕਾਨੂੰਨਾਂ ਦੀ ਹੋਏਗੀ, ਦੂਜੀ ਗੱਲ ਹੀ ਨਹੀਂ ਹੋਏਗੀ। ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿਸਾਨ ਅੰਦੋਲਨ ਦੀ ਵੀ ਇਹਨੇ ਦੇਸ਼ ਦਾ ਨੈਰੇਟਿਵ ਬਦਲ ਕੇ ਰੱਖ ਦਿੱਤਾ ਹੈ। ਜਿਹਨੂੰ ਬੀਜੇਪੀ ਸਰਕਾਰ ਹੈ ਇਹਨਾਂ ਮੁੱਦੇ ਤੇ ਆਉਣ ਨਹੀਂ ਸੀ ਦਿੰਦੀ, ਕਦੇ ਬਾਲਾਕੋਟ, ਕਦੇ ਪੁਲਵਾਮਾ, ਕਦੇ ਸੀਏ, ਅਸੀਂ ਸਾਰੇ ਨੂੰ ਉਸ ਨੂੰ ਪਿੱਛੇ ਧੱਕ ਦਿੱਤਾ ਹੈ। ਕਿਸਾਨੀ ਮੁੱਦੇ ਅਹਿਮ ਬਣਾ ਦਿੱਤੇ, ਫੋਰ ਫਰੰਟ ਤੇ ਆ ਗਏ ਔਰ ਸਾਰਾ ਦੇਸ਼ ਹੈ ਜਿਹੜਾ ਅੱਜ ਇੱਕ ਹੈ। ਲਹਿਰ ਬਹੁਤ ਵੱਧ ਰਹੀ ਹੈ। ਇਸ ਲਹਿਰ ਨੇ ਜੇ ਸਰਕਾਰ ਨੇ ਨਾ ਤੁਸੀਂ ਕਹੋ ਵੀ ਅਜੇ ਕੰਧਾਂ 'ਤੇ ਲਿਖਿਆ ਪੜ੍ਹਿਆ ਤਾਂ ਇਹ ਜਿਹੜਾ ਰੋਹ ਹੈ ਇਹ ਵਿਦਰੋਹ 'ਚ ਬਦਲ ਜਾਏਗਾ ਔਰ ਸਰਕਾਰ ਨੂੰ ਮਤਲਬ ਆਪਣਾ ਕੰਮਕਾਰ ਚਲਾਉਣਾ ਵੀ ਔਖਾ ਹੋ ਜਾਏਗਾ। ਔਰ ਬੀਜੇਪੀ ਪਾਰਟੀ ਹੈ ਜਿਹੜੀ ਇਹ ਤਾਂ ਬਹੁਤ ਬੁਰੀ ਤਰ੍ਹਾਂ ਆਈਸੋਲੇਟ ਹੋ ਗਈ ਹੈ। ਪੰਜਾਬ ਦੇ ਵਿੱਚ ਤਾਂ ਬੀਜੇਪੀ ਦਾ ਘਰਾਂ ਤੋਂ ਨਿਕਲਣਾ ਦੁੱਭਰ ਹੋ ਗਿਆ, ਹਰਿਆਣੇ 'ਚ ਵੀ ਹੋ ਗਿਆ ਔਰ ਦੇਸ਼ ਦੇ ਵਿੱਚ ਵੀ ਬੀਜੇਪੀ ਨੂੰ ਬਹੁਤ ਵੱਡਾ ਸਿਆਸੀ ਖਮਿਆਜਾ ਇਸ ਦਾ ਭੁਗਤਣਾ ਪਏਗਾ ਔਰ ਬੀਜੇਪੀ ਦੇ ਅੰਦਰ ਵੀ ਬਹੁਤ ਭਾਰੀ ਬਗਾਵਤ ਸ਼ੁਰੂ ਹੋਣ ਵਾਲੀ ਹੈ ਜੇ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ। ਅੱਛਾ ਸਰ, ਜਦ ਕੱਲ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਨਰਿੰਦਰ ਤੋਮਰ ਇਹ ਕਹਿੰਦੇ ਸੀਗੇ ਕਿ ਅੱਜ ਇਸ ਮੀਟਿੰਗ ਦੇ ਵਿੱਚ ਕੋਈ ਨਾ ਕੋਈ ਫੈਸਲਾ ਆ ਜਾਏਗਾ ਤੇ ਮੀਟਿੰਗ ਤੋਂ ਬਾਅਦ ਉਹਨਾਂ ਦਾ ਇੱਕ ਬਿਆਨ ਹੋਰ ਆਉਂਦਾ ਹੈ। ਉਹ ਕਹਿੰਦੇ ਕਿ ਤਾੜੀ ਦੋਵੇਂ ਹੱਥਾਂ ਦੇ ਨਾਲ ਵੱਜਦੀ ਹੈ। ਇਹ ਦੋਨਾਂ ਬਿਆਨਾਂ ਦੇ ਵਿੱਚ ਕੀ ਅਜਿਹਾ ਹੋਇਆ? ਕਿਉਂਕਿ ਮੀਟਿੰਗ ਕਿਸਾਨ ਆਗੂਆਂ ਨਾਲ ਵੀ ਗੱਲ ਹੋਈ ਸੀ ਤੇ ਨਰਿੰਦਰ ਤੋਮਰ ਵੀ ਕਹਿੰਦੇ ਸੀ ਸਾਰਥਕ ਮਾਹੌਲ ਦੇ ਵਿੱਚ ਹੋਈ ਹੈ, ਪਰ ਉਸ ਤੋਂ ਬਾਅਦ ਇਹ ਬਿਆਨ ਆਉਣਾ ਕਿ ਤਾੜੀ ਦੋਵੇਂ ਹੱਥਾਂ ਦੇ ਨਾਲ ਵੱਜਦੀ ਹੈ। ਅਜਿਹੇ ਬਿਆਨ ਦੇ ਕੀ ਮਾਇਨੇ ਨੇ ਉਹਨਾਂ ਦੇ? ਇਹ ਉਹਨਾਂ ਨੇ ਮੀਟਿੰਗ 'ਚ ਕਿਹਾ ਸੀ। ਇਹਦੇ ਮੈਨੇ ਇਹ ਸੀ, ਉਹ ਕਹਿੰਦੇ ਵੀ ਸਰਕਾਰ ਤੋਂ ਕੁਝ ਆगे बढ़ गई है तो किसान तो वहीं पे खड़े हैं, किसान भी आगे बढ़े। ਅਸੀਂ ਕਿਹਾ ਵੀ ਅਸੀਂ ਅੱਗੇ ਕਿੱਥੇ बढ़ना ਹੈ। ਅਸੀਂ ਤਾਂ ਇਹ ਕਾਨੂੰਨ ਤੁਸੀਂ ਬਣਾਇਆ, ਅਸੀਂ ਤਾਂ ਸ਼ੁਰੂ ਤੋਂ ਜਦੋਂ ਤੋਂ ਪਹਿਲਾ ਮੈਮੋਰੈਂਡਮ ਪੰਜਾਬ 6 ਮਹੀਨੇ ਪਹਿਲਾਂ ਦਿੱਤਾ ਹੈ, ਪਹਿਲੇ 'ਚ ਲਿਖਿਆ ਸੀ ਵੀ ਕਾਨੂੰਨ ਰੱਦ ਕਰਵਾਉਣੇ ਨੇ। ਅਸੀਂ ਤਾਂ ਨਾ ਅੱਗੇ ਗਏ ਨਾ ਪਿੱਛੇ ਗਏ, ਅਸੀਂ ਤਾਂ ਉੱਥੇ ਹੀ ਖੜੇ ਹਾਂ। ਤੁਸੀਂ ਸਾਨੂੰ ਮੈਂ ਅੱਗੇ ਵਧਾਓ ਵੀ ਕਾਨੂੰਨ ਰੱਦ ਕਰੋ, ਇਹਦਾ ਪ੍ਰੋਸੀਜਰ ਦੱਸੋ ਸਾਨੂੰ। ਤਾੜੀ ਦੋਵੇਂ ਹੱਥਾਂ ਨਹੀਂ ਵੱਜਦੀ ਹੈ ਵੀ ਹੁਣ ਉਹ ਕਹਿੰਦੇ ਵੀ ਇੱਕ ਕਦਮ ਸਰਕਾਰ ਆ ਗਿਆ, ਇਹ ਕਦਮ ਆਗੇ ਆ ਪਾਓ, ਐਸੀ ਉਹ ਅਸੀਂ ਕਿਹਾ ਉਹ ਸੋਧਾਂ ਦੀ ਗੱਲ ਸੀ। ਅਸੀਂ ਉਹ ਸੋਧਾਂ ਨੂੰ ਨਾ ਪ੍ਰਵਾਨ ਕਰ ਚੁੱਕੇ ਹਾਂ, ਉਹਨਾਂ ਨੂੰ ਕੋਈ ਉਹਨਾਂ ਦੇ ਪਰ ਸਹਿਮਤੀ ਨਹੀਂ ਹੈ। ਅਸੀਂ ਐਜੀਟੇਸ਼ਨ ਹੀ ਜਦੋਂ ਇੱਥੋਂ ਸ਼ੁਰੂ ਕੀਤੀ ਹੈ ਵੀ ਇਹ ਕਾਨੂੰਨ ਰੱਦ ਕਰੋ, ਇਹ ਕਿਸਾਨਾਂ ਦੇ ਖਿਲਾਫ ਨੇ, ਦੇਸ਼ ਦੇ ਖਿਲਾਫ ਨੇ, ਲੋਕਾਂ ਦੇ ਖਿਲਾਫ ਨੇ, ਇਕੱਲੀ ਕਿਸਾਨੀ ਨੂੰ ਲੋਕਾਂ ਦੇ ਖਿਲਾਫ ਨੇ। ਔਰ MSP ਜਿਹੜੀ ਔਰ ਸਰਕਾਰੀ ਖਰੀਦ ਜਿਹੜੀ ਖੇਤੀਬਾੜੀ ਦੀ ਲਾਈਫ ਲਾਈਨ ਹੈ ਉਹਦੇ ਪਰ ਕਾਨੂੰਨ ਬਣਾਓ। ਇਹ ਕਹਿ ਦੇਣਾ ਤੁਹਾਡਾ ਨਾਂ ਕਾਫੀ ਹੈ ਅਸੀਂ ਖਰੀਦਾਂਗੇ, ਕੌਣ ਖਰੀਦਦਾ ਇੱਥੇ? ਪੰਜਾਬ ਹਰਿਆਣੇ 'ਚ ਕਣਕ ਔਰ ਝੋਨੇ ਸਿਵਾਏ ਹੋਰ ਕੋਈ ਚੀਜ਼ ਖਰੀਦਦੇ ਨਹੀਂ। ਸਾਰਾ ਦੇਸ਼ ਤਾਂ ਲੁੱਟਿਆ ਜਾ ਰਿਹਾ ਹੈ। ਸਾਡੇ ਜਿਹੜਾ ਝੋਨਾ 1888 ਰੁਪਏ, ਬਿਹਾਰ 'ਚ 1000 ਰੁਪਏ, ਉਹ ਨਹੀਂ ਵਿਚਾਰੇ ਕਿਸਾਨ ਹੈ। ਸਾਰੇ ਦੇਸ਼ 'ਚ ਲਾਗੂ ਕਰੋ ਇਸ ਨੂੰ। ਜੇ ਤੁਸੀਂ MSP ਐਲਾਨ ਕੀਤੀ ਹੈ, ਅਸੀਂ ਤਾਂ ਕੀਤੀ ਨਹੀਂ। ਜਿਹੜਾ ਖੇਤੀਬਾੜੀ ਕੀਮਤ ਕਮਿਸ਼ਨ ਉਹ ਸਰਕਾਰ ਬਣਾਉਂਦੀ ਹੈ, ਸਾਡੇ ਉਹਦੇ 'ਚ ਨੁਮਾਇੰਦੇ ਨਹੀਂ। ਸਾਡੀ ਤਾਂ ਪਹਿਲਾਂ ਹੀ ਮੰਗ ਸਟੈਂਡਿੰਗ ਬਹੁਤ ਹੈ ਵੀ ਉਹ ਗਲਤ ਹੈ, ਤੁਸੀਂ ਉਹਨੂੰ ਰੀਕਨਸਟੀਟਿਊਟ ਕਰੋ। ਉਹਦੇ ਵਿੱਚ ਐਗਰੀਕਲਚਰ ਐਕਸਪਰਟ ਲਿਆਓ, ਕਿਸਾਨਾਂ ਦੇ ਨੁਮਾਇੰਦੇ ਲਓ, ਫਿਰ ਉਹਦੇ ਵਿੱਚ ਪ੍ਰੋਪਰ ਕਾਸਟ ਆਫ ਪ੍ਰੋਡਕਸ਼ਨ ਜਿਹੜਾ ਅਸੀਂ ਪੈਦਾ ਕਰਦੇ ਉਹ ਕੱਢੋ। ਤੁਸੀਂ ਤਾਂ ਕਾਸਟ ਆਫ ਪ੍ਰੋਡਕਸ਼ਨ 500 ਰੁਪਏ ਘੱਟ ਕੱਢਦੇ ਆ। ਹੁਣ ਖੇਤੀਬਾੜੀ ਯੂਨੀਵਰਸਿਟੀ ਸਾਡੇ ਜਿਹੜੀ ਲੁਧਿਆਣੇ ਹੈ, ਉਹਦਾ ਇਹ ਵੀ ਜੇ ਕਣਕ ਔਰ ਝੋਨੇ ਦਾ ਪਰ ਕੁਇੰਟਲ ਜਿਹੜਾ ਖਰਚਾ ਹੈ ਉਹ 2500 ਰੁਪਏ ਹੈ ਘੱਟੋ ਘੱਟ, ਤਾਂ ਸਾਨੂੰ ਮਿਲਦਾ 1800 ਰੁਪਏ ਹੈ। ਸਾਨੂੰ ਤਾਂ ਕਾਸਟ ਆਫ ਪ੍ਰੋਡਕਸ਼ਨ ਤੋਂ ਵੀ 600 ਰੁਪਏ ਘੱਟ ਮਿਲ ਰਹੇ ਹੈ, ਤਾਂ ਕਿਸਾਨ ਮਰੂਗਾ ਨਹੀਂ ਇਸ ਦੇ ਵਿੱਚ। ਕਹਿੰਦਾ ਤਾਂ ਇਹ ਵੀ ਸਾਨੂੰ ਉਸਦੇ ਪ੍ਰੋਫਿਟ ਮਿਲੇ। ਪ੍ਰੋਫਿਟ ਦੀ ਗੱਲ ਤਾਂ ਭੁੱਲ ਜਾਓ, ਸਾਡੇ ਲਾਗਤ ਖਰਚੇ ਦੇਵੋ। ਜੇ ਲਾਗਤ ਖਰਚੇ ਨਹੀਂ ਮਿਲਣਗੇ ਤਾਂ ਕਿਸਾਨ ਕਰਜ਼ਾਈ ਵੀ ਤਾਂ ਹੀ ਅੱਜ 13 ਲੱਖ ਕਰੋੜ ਕਿਸਾਨਾਂ ਦੇ ਸਿਰ ਕਰਜ਼ਾ ਸਾਰੇ ਦੇਸ਼ ਦੇ ਵਿੱਚ। 4 ਲੱਖ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਨੇ। ਪੰਜਾਬ ਸਭ ਤੋਂ ਵੱਧ ਖੁਸ਼ਹਾਲ ਸੂਬਾ ਹੈ। ਪਿਛਲੇ 2-2.5 ਸਾਲਾਂ ਤੋਂ 2 ਨਹੀਂ ਤਾਂ 1 ਹਰ ਰੋਜ਼ ਕਿਸਾਨ ਖੁਦਕੁਸ਼ੀ ਕਰਦਾ ਪੰਜਾਬ ਦੇ ਵਿੱਚ। ਫਿਰ ਇਹ ਕਿਉਂ ਹੈ? ਕਿਉਂਕਿ ਸਾਡੀ ਇਨਕਮ ਕੋਈ ਨਹੀਂ ਹੈ। ਜੇ ਸਾਡੀ ਇਨਕਮ ਬਣ ਜਵੇ ਡਾਕਟਰ ਸਵਾਮੀਨਾਥਨ ਦੀ ਸਿਫਾਰਸ਼ਾਂ ਕਰਕੇ, ਅਸੀਂ ਕਿਉਂ ਬੈਂਕਾਂ ਤੋਂ ਕਰਜ਼ੇ ਚੱਕੀਏ, ਕਿਉਂ ਅੜਤੀਆਂ ਕੋਲ ਜਾਈਏ? ਸਾਡੀ ਆਮਦਨ 'ਚ ਵਾਧਾ ਕਰੋ। ਤੁਸੀਂ ਹੋਰ ਸੈਕਟਰ ਦੀ ਆਮਦਨ ਦਾ ਵਾਧਾ ਕਰ ਰਹੇ ਆ, ਪਰ ਕਿਸਾਨੀ ਦੀ ਆਮਦਨ ਥੱਲੇ। ਸਾਡੀ MSP ਜਦੋਂ ਵਧਾਉਣੀ ਹੈ, ਦੇਖੋ ਜੀ ਬਹੁਤ ਵੱਡਾ ਖੇਤਰ ਹੈ, ਗਰੀਬ ਲੋਕਾਂ ਨੂੰ ਅਨਾਜ ਦੇਣਾ ਹੈ, ਕੰਜ਼ਿਊਮਰ ਨੂੰ ਮਾਰ ਪੈ ਜੂਗੀ। ਸਾਡਾ ਕਿਤੇ 20 ਰੁਪਏ, ਕਿਤੇ 50 ਰੁਪਏ। ਪ੍ਰਾਈਸ ਇੰਡੈਕਸ ਕਿੱਥੇ ਜਾਂਦਾ ਹੈ? ਮੁਕਾਬਲੇ ਦੂਜੀ ਮਹਿੰਗਾਈ ਕਿੱਥੇ ਜਾਂਦੀ ਹੈ? ਤੁਸੀਂ ਉਹਦਾ ਕੋਈ ਅੰਦਾਜ਼ਾ ਲਾਉਂਦੇ ਨਹੀਂ ਹੈ। ਇਸ ਲਈ ਇਹ ਸਾਰਾ ਜਿਹੜਾ ਸੰਕਟ ਹੈ ਖੇਤੀਬਾੜੀ ਦਾ, ਇਹ ਕਿਸਾਨ ਨੂੰ ਬਰਬਾਦ ਕਰ ਰਿਹਾ ਹੈ। ਇਹ ਕਾਨੂੰਨ ਉਸ ਤੋਂ ਵੀ ਉੱਪਰ ਵਰਸ ਕਰਨ ਵਾਲੇ ਨੇ ਵੀ ਜਿਹੜੀ ਖੇਤੀਬਾੜੀ ਮਾੜੀ ਮੋਟੀ ਮੌਜੂਦ ਹੈ ਵੀ ਉਹਨੂੰ ਵੀ ਖਤਮ ਕਰ ਦਿਓ, ਸਾਰੀ ਟੋਟਲ ਦੇ ਹਵਾਲੇ ਕਰੋ, ਇਹਨਾਂ ਨੂੰ ਮਜ਼ਦੂਰ ਬਣਾਓ ਸਾਰਿਆਂ ਨੂੰ। ਜੀ ਬਹੁਤ ਬਹੁਤ ਇਹਨਾਂ ਦੇ ਖਿਲਾਫ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਕਿਸਾਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਕਿਹਾ ਜਾ ਰਿਹਾ ਕਿ ਕਿਸਾਨ ਲਗਾਤਾਰ ਬਰਬਾਦੀ ਦੇ ਵੱਲ ਵਧ ਰਿਹਾ ਤੇ ਖੇਤੀ ਕਾਨੂੰਨ ਮੌਤ ਦੇ ਮੂੰਹ ਤੱਕ ਕਿਸਾਨਾਂ ਨੂੰ ਲੈ ਜਾਣਗੇ। ਸਿੰਘੂ ਬਾਰਡਰ ਤੋਂ ਕੈਮਰਾਮੈਨ ਗੁਰਵੀਰ ਦੇ ਨਾਲ ਸੁਖਵਿੰਦਰ ਸ਼ੇਰਗਿੱਲ, ਗਲੋਬਲ ਪੰਜਾਬ TV। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਜੀ ਹਾਂ, ਦੁਨੀਆ ਬੜੀ ਤੇਜ਼ ਰਫ਼ਤਾਰ ਨਾਲ ਬਦਲ ਰਹੀ ਹੈ, ਤਾਂ ਫਿਰ ਸਾਡੀ ਖੇਤੀ ਕਿਉਂ ਨਾ ਬਦਲੇ?
ਖੇਤੀ ਨੂੰ ਲਾਹੇਵੰਦ ਬਣਾਉਣ ਲਈ ਬਹੁਤ ਜ਼ਰੂਰੀ ਹੈ ਆਧੁਨਿਕ ਜਾਣਕਾਰੀ ਅਤੇ ਤਕਨੀਕ ਨਾਲ ਜੁੜਨਾ। ਕੇਂਦਰ ਵੱਲੋਂ ਕਾਨੂੰਨ ਆਇਆ ਹੈ, ਇਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ। ਇਹਨਾਂ ਨੇ ਇੱਕ ਮਿੱਠੀ ਜ਼ਹਿਰ ਦਿੱਤੀ ਹੈ, ਅੱਜ ਆਪਾਂ ਨੂੰ ਇੱਕ ਦਿਖਾ ਰਹੇ ਨੇ। ਗਲੋਬਲ ਪੰਜਾਬ ਟੀਵੀ ਤੁਹਾਨੂੰ ਜੋੜੇਗਾ ਬਦਲਦੀ ਖੇਤੀ ਦੁਨੀਆ ਨਾਲ। ਤੁਸੀਂ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਫੇਰ ਖੇਤਾਂ 'ਚ ਆ ਗਏ। ਖੇਤੀ ਪ੍ਰੋਗਰਾਮਾਂ ਦੇ ਤਜਰਬੇਕਾਰ ਅਮਰਜੀਤ ਸਿੰਘ ਵੜੈਚ ਦਾ ਵਿਸ਼ੇਸ਼ ਸ਼ੋਅ ਫਾਰਮ ਹਾਊਸ ਹਰ ਐਤਵਾਰ 7:30 ਵਜੇ ਈਟੀ ਤੁਹਾਡੇ ਆਪਣੇ ਗਲੋਬਲ ਪੰਜਾਬ ਟੀਵੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ roku ਅਤੇ Amazon Fire TV ਤੇ ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।